ਹੈਲੋ ਸਤਿ ਸ਼੍ਰੀ ਅਕਾਲ ਗਾਇਸ, ਵੈਲਕਮ ਟੂ ਮਾਈ YouTube ਚੈਨਲ। ਤੇ ਮੈਂ ਤੁਹਾਡਾ ਆਪਣਾ ਦੋਸਤ ਚਰਨਜੀਤ ਸਿੰਘ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਬਾੜ ਸਾਹਿਬ ਬਾਬਾ ਸ਼ੀਸ਼ ਚੰਦ ਜੀ ਦੇ ਤਪ ਸਥਾਨ ਤੇ ਬਹੁਤ ਹੀ ਵਧੀਆ ਲੱਗ ਰਿਹਾ ਜੀ। ਤੇ ਅੱਜ ਆਪਾਂ ਕਰਨੇ ਆ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ। ਤੇ ਸੋ ਗਾਇਸ ਤੁਸੀਂ ਵੇਖ ਹੀ ਸਕਦੇ ਹੋ ਮੇਰੇ ਪਿੱਛੇ ਜੋ ਹੈ ਸੰਗਤਾਂ ਕਾਫੀ ਆਈਆਂ ਹੋਈਆਂ ਨੇ ਗੱਡੀਆਂ ਦੇ ਵਿੱਚ। ਤੇ ਆਪਾਂ ਹੁਣ ਜਾਵਾਂਗੇ ਜੀ ਸਭ ਤੋਂ ਪਹਿਲਾਂ ਸਰੋਵਰ 'ਚ, ਤੇ ਸਰੋਵਰ 'ਤੇ ਕਰਾਂਗੇ ਉੱਥੇ ਜੀ ਮੂੰਹ ਹੱਥ ਧੋ ਕੇ ਆਪਾਂ ਅਗਲਾ ਪ੍ਰੋਸੈਸ। ਤੇ ਸਭ ਤੋਂ ਪਹਿਲੇ ਜਾਵਾਂਗੇ ਜੀ ਆਪਾਂ ਸਰੋਵਰ ਵੱਲ, ਤੇ ਸਰੋਵਰ ਦੇ ਕਰਨੇ ਆ ਜੀ ਦਰਸ਼ਨ। ਤੇ ਆਓ ਚੱਲੀਏ ਫਿਰ ਸਰੋਵਰ ਵੱਲ ਗਾਇਸ। ਤੇ ਸੰਗਤ ਜੀ ਇਹ ਤਾਂ ਦੋਸਤੋ ਇਹ ਹੈਗਾ ਜੀ ਬੋਲੀ ਸਾਹਿਬ, ਤੇ ਇਹਨਾਂ ਦੇ ਅੰਦਰ ਹੀ ਹੈਗਾ ਜੀ ਸਰੋਵਰ। ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸਰੋਵਰ ਦੇ ਦਰਸ਼ਨ ਕਰਨ, ਤੇ ਬਹੁਤ ਹੀ ਵਧੀਆ ਲੱਗ ਰਿਹਾ ਜੀ। ਤੇ ਆਹ ਦੋਸਤੋ ਇਹ ਸਰੋਵਰ ਜੀ ਜਿਹੜਾ ਗੁਰਦੁਆਰੇ ਦਾ, ਤੇ ਆਪਾਂ ਕਰਾਂਗੇ ਜੀ ਹੁਣ ਸਰੋਵਰ ਦੀ ਪਰਿਕਰਮਾ। ਤੇ ਆਹ ਵੀਰ ਜੀ ਹੈਗੀ ਜੀ ਆਪਣੀ ਬੋਲੀ ਥੱਲੇ, ਜਿਹੜੇ ਇਸ਼ਨਾਨ ਕਰਨ ਵਾਸਤੇ ਲੋਕ ਇੱਥੋਂ ਬੋਲੀ ਦਾ ਜਲ ਲੈ ਕੇ ਜਾਂਦੇ ਨੇ ਘਰ। ਤੇ ਇੱਥੇ ਕਾਰਸਾਰੀ ਦਾ ਕੰਮ ਜਿਹੜਾ ਚੱਲ ਰਿਹਾ, ਤੇ ਉਹ ਸਾਹਮਣੇ ਹੈਗੀ ਜੀ ਬੋਲੀ। ਆਪਾਂ ਕਰਨੇ ਆ ਜੀ ਬੋਲੀ ਦੇ ਦਰਸ਼ਨ। ਤੇ ਆਹ ਵੀਰ ਜੀ ਬੋਲੀ ਜੇ, ਆਹ ਬੋਲੀ ਦੇ ਆਪਾਂ ਕਰਨੇ ਆ ਜੀ ਦਰਸ਼ਨ। ਤੇ ਆਹ ਦੇਖੋ ਵੀਰ ਜੀ ਥੱਲੇ ਕੰਮ ਜੋ ਹੈ ਕਾਰਸਾਰੀ ਦਾ ਕੰਮ ਜੋ ਚੱਲ ਰਿਹਾ ਬੋਲੀ ਸਾਹਿਬ ਤੇ। ਤੇ ਆਹ ਵੀਰ ਜੀ ਬੋਲੀਏ। ਤੇ ਲਓ ਜੀ ਆਹ ਵੀਰ ਜੀ ਹੈਗਾ ਜੀ ਤਪ ਸਥਾਨ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰੇ ਅਸੀਂ ਜੋ ਆ ਪੁੱਜ ਗਏ ਹਾਂ ਜੀ। ਤੇ ਆਹ ਵੀਰ ਜੀ ਹੈਗਾ ਇਹ ਕੜਾਹ ਪ੍ਰਸ਼ਾਦ ਜੋ ਅਸੀਂ ਮਹਾਰਾਜ ਦੇ ਅੱਗੇ ਜੋ ਵੀ ਅਸੀਂ ਕੜਾਹ ਪ੍ਰਸ਼ਾਦ ਜਦੋਂ ਆਪਾਂ ਭੋਗ ਲਾਉਂਦੇ ਤਾਂ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਹਾਂ ਕੜਾਹ ਪ੍ਰਸ਼ਾਦ। ਤੇ ਇਹ ਥੰਮ ਸਾਹਿਬ ਜੋ ਹੈਗਾ ਜੀ ਗੁਰੂ ਅਰਜਨ ਦੇਵ ਜੀ ਦਾ। ਵੀਰ ਜੀ ਹੈਗਾ ਜੀ ਆਪਣਾ ਤਪ ਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ।
ਤੇ ਇਹ ਵੀਰ ਜੀ ਹੈਗਾ ਜੀ ਅੱਜ ਦਾ ਹੁਕਮਨਾਮਾ। ਸੋਠ ਮਹੱਲਾ ਪੰਜਵਾਂ। ਘਰ ਦੂਸਰਾ ਚੌਕ ਲੈ क्यों कर सतगुर प्रसाद। एक पिता एक सके हम बारिक तू मेरा गुर रहाई। सुन मीता जो हमरा बल बल जासी हर दर्शन देह दिखाई। यह वीर जी रोजाना नितनेम की सूची जे। यह वीर जी जग रही जी अखंड जोत है। ਆਪਾਂ ਕਰਾਂਗੇ ਜੀ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਨੇ ਸੁਖਰਾਜ ਸਿੰਘ ਉਹਨਾਂ ਨਾਲ ਕਰਾਂਗੇ ਗੱਲਬਾਤ, ਤਾਂ ਜੋ ਆਪਾਂ ਉਹਨਾਂ ਕੋਲ ਹਿਸਟਰੀ ਪੁੱਛ ਸਕੀਏ, ਇਸ ਜਗ੍ਹਾ ਦਾ ਇਤਿਹਾਸ ਪੁੱਛੀਏ ਅਤੇ ਸਾਡੇ ਵੀ ਮਨ ਨੂੰ ਪਤਾ ਲੱਗੇ ਕਿ ਕੀ ਇੱਥੋਂ ਦਾ ਇਤਿਹਾਸ ਆ, ਆਉਣ ਵਾਲੇ ਬੱਚਿਆਂ ਨੂੰ ਵੀ ਪਤਾ ਲੱਗੇ ਇੱਥੋਂ ਦੇ ਇਤਿਹਾਸ ਦੇ ਬਾਰੇ। ਅਤੇ ਅੱਜ ਆਪਾਂ ਗੱਲ ਕਰਨੀ ਆ ਜੀ ਬਾਬਾ ਸੁਖਰਾਜ ਸਿੰਘ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਮੂਹ ਸੰਗਤਾਂ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅਸੀਂ ਇੱਥੋਂ ਦੀ ਹਿਸਟਰੀ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਕੀ ਇੱਥੋਂ ਦੀ ਹਿਸਟਰੀ ਹੈਗੀ। ਜ਼ਰੂਰ ਜੀ। ਇਹ ਜੋ ਪਾਵਨ ਪਵਿੱਤਰ ਤਪ ਸਥਾਨ ਜਿਸ 'ਤੇ ਆਪ ਸਭ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੇ ਹੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਮਹਾਨ ਪਾਵਨ ਪਵਿੱਤਰ ਸਥਾਨ, ਜਿਸ ਸਥਾਨ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਲੰਮਾ ਅਰਸਾ ਤਪੱਸਿਆ ਕੀਤੀ। ਤਕਰੀਬਨ 62 ਸਾਲ ਬਾਬਾ ਸ਼੍ਰੀ ਚੰਦ ਜੀ ਇਸ ਸਥਾਨ 'ਤੇ ਰਹੇ ਸਨ। ਇਸੇ ਸਥਾਨ 'ਤੇ ਜਿਸ ਵੇਲੇ ਬਾਬਾ ਸ਼੍ਰੀ ਚੰਦ ਜੀ ਤਪੱਸਿਆ ਕਰ ਰਹੇ ਸਨ, ਤਾਂ ਉਹਨਾਂ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ, ਉਹਨਾਂ ਨੂੰ ਮਿਲਣ ਵਾਸਤੇ ਪੰਜਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ 'ਤੇ ਪਹੁੰਚੇ ਸਨ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਸਥਾਨ 'ਤੇ ਆਏ, ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਭਗਤੀ ਦੇ ਵਿੱਚ ਲੀਨ ਸਨ, ਜਿਸ ਕਾਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਕਾਰ ਬਚਨ ਵਿਲਾਸ ਨਾ ਹੋ ਸਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰੋਜ਼ਾਨਾ ਇਸ ਥੰਮ ਸਾਹਿਬ ਵਾਲੀ ਜਗ੍ਹਾ 'ਤੇ ਆ ਕਰ ਖਲੋ ਜਾਂਦੇ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਭਗਤੀ ਵਿੱਚੋਂ ਉੱਠਣ ਦੀ ਉਡੀਕ ਕਰਿਆ ਕਰਦੇ ਸਨ। ਦਿਨ ਨੂੰ ਰਾਤ ਨੂੰ ਜਿਸ ਸਥਾਨ 'ਤੇ ਬਾਬਾ ਸ਼੍ਰੀ ਚੰਦ ਜੀ ਵਿਸ਼ਰਾਮ ਕਰਿਆ ਕਰਦੇ ਸਨ, ਉਸ ਸਥਾਨ ਦਾ ਨਾਮ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਪੰਜਵੀਂ ਹੈ ਜੀ। ਉਸੇ ਸਥਾਨ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਲਾਕੇ ਦੀਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ, ਸੰਗਤਾਂ ਦੀਆਂ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਹੋਏ ਇੱਕ ਖੂਹ ਅਤੇ ਇੱਕ ਸਰੋਵਰ ਦੀ ਰਚਨਾ ਕੀਤੀ। ਨਾਲ ਹੀ ਅਸੀਂ ਸਥਿਤੀ ਕਿ ਸਰੀਰਕ ਕਸ਼ਟਾਂ ਦੀ ਨਿਵਰਤੀ ਹੋਵੇਗੀ ਜੋ ਵੀ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ। 5 ਮਹੀਨੇ 27 ਦਿਨ ਬੀਤਣ ਉਪਰੰਤ ਸਤਿਗੁਰੂ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਕਾਰ ਬਚਨ ਵਿਲਾਸ ਹੋਏ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਪਹੁੰਚਦੇ ਹਨ। ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਸ਼੍ਰੀ ਹਰਗੋਬਿੰਦਪੁਰੇ ਵਾਲੀ ਜੰਗ ਜਿੱਤਣ ਉਪਰੰਤ ਜਿਸ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਸ਼੍ਰੀਨਗਰ ਨੂੰ ਜਾ ਰਹੇ ਸਨ, ਤਾਂ ਉਸ ਵੇਲੇ ਸਤਿਗੁਰੂ ਜੀ ਨੇ ਇਸ ਸਥਾਨ 'ਤੇ ਜੋ ਉਹਨਾਂ ਦੇ ਪਿਤਾ ਗੁਰੂ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਸ ਸਥਾਨ 'ਤੇ ਛੇਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆ ਕਰ ਵਿਸ਼ਰਾਮ ਕੀਤਾ ਅਤੇ ਨਾਲ ਹੀ ਸਰੋਵਰ ਦੇ 4 ਚੁਫੇਰੇ ਇੱਕ ਬਾਗ ਜੋ ਸੀ ਉਹ ਲਗਾਉਣਾ ਕੀਤਾ ਸੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਸਮੁੱਚਾ ਪਰਿਵਾਰ, ਸਾਰੇ ਪੁੱਤਰ ਸਨ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਸਥਾਨ 'ਤੇ ਹੀ ਬਾਬਾ ਗੁਰਦਿੱਤਾ ਜੀ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕੀਤਾ ਅਤੇ ਆਪਣੀ ਗੱਦੀ ਦਾ ਜੋ ਉੱਤਰਾਧਿਕਾਰੀ ਸੀ ਉਹ ਸਥਾਪਿਤ ਕਰ ਦਿੱਤਾ। ਇਸ ਤੋਂ ਉਪਰੰਤ ਬਾਬਾ ਸ਼੍ਰੀ ਚੰਦ ਜੀ ਇੱਥੋਂ ਚੱਬੇ ਚਲੇ ਗਏ ਅਤੇ ਅਗਾਂਹ ਸੱਚਖੰਡ ਪਿਆਨਾ ਕਰ ਗਏ। ਇਹ ਇੱਥੋਂ ਦਾ ਸੰਖੇਪ ਰੂਪ ਦੇ ਵਿੱਚ ਇਤਿਹਾਸ ਹੈ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਚੱਲ ਰਿਹਾ ਹੈ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਉਹ ਸਮੁੱਚੀਆਂ ਸੇਵਾਵਾਂ
ਸਮੁੱਚੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਨਿਭਾ ਰਹੇ ਹਨ ਜੀ। ਸੰਖੇਪ ਰੂਪ ਦੇ ਵਿੱਚ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਈ ਗਈ ਹੈ ਜੀ। ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੀ ਇੱਥੇ ਕਹਿੰਦੇ ਕਿ ਜਦੋਂ ਮਤਲਬ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਸੀਗਾ ਉਦੋਂ ਮਹਾਰਾਜ ਨੇ ਜਦੋਂ 16ਵੀਂ ਅਸ਼ਟਪਦੀ ਸੀ ਨੇ ਚਲੋ ਤੁਸੀਂ ਦੱਸੋ। ਹਾਂਜੀ, ਜਦੋਂ 16ਵੀਂ ਅਸ਼ਟਪਦੀ ਆਈ ਸੀ ਤੇ ਕਹਿੰਦੇ ਕਿ ਮਤਲਬ ਉਦੋਂ ਉਹਨਾਂ ਨੂੰ ਦਿੱਕਤ ਹੈ, ਫਿਰ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨਾਲ ਵਾਰਤਾਲਾਪ ਕਰਕੇ ਫਿਰ ਹੀ ਅੱਗੇ ਸੰਪੂਰਨ ਕੀਤਾ ਜੀ ਪਾਠ। ਨਹੀਂ, ਇਹ ਬਿਲਕੁਲ ਮਨ ਘੜਤ ਜੀ ਇੱਕ ਸਾਖੀ ਹੈ ਜਿਹੜੀ ਗੁਰਮਤਿ ਦੀ ਕਸੌਟੀ ਦੇ ਉੱਪਰ ਖਰੀ ਨਹੀਂ ਉਤਰਦੀ ਜੀ। ਇਹ ਜ਼ਰੂਰ ਕਲਿੱਪ ਨੂੰ ਚਲਾਇਓ ਇਸ ਗੱਲ ਨੂੰ, ਕਿਉਂਕਿ ਸੰਗਤਾਂ ਦੇ ਮਨ ਦੇ ਵਿੱਚ ਜੋ ਇੱਕ ਮਨ ਘੜਤ ਜਿਹੜੀ ਸਾਖੀ ਬਣ ਚੁੱਕੀ ਹੈ ਨਾ, ਉਸ ਸੰਬੰਧੀ ਕਲੀਅਰੈਂਸ ਹੁੰਦੀ ਹੋਵੇ। ਕਿਉਂਕਿ ਗੁਰਬਾਣੀ ਜਿਹੜੀ ਨਾ, ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਮਤਲਬ ਕਿ ਕੋਈ ਸੁਣੀਦਾ ਤੇ ਅਸੀਂ ਇਹੋ ਸੁਣਿਆ ਕਿ ਉੱਥੇ ਮਤਲਬ ਤਪੱਸਿਆ ਤੇ ਕਰਦੇ ਰਹੇ ਜਦੋਂ ਮਤਲਬ ਉਹਨਾਂ ਦੇ ਜਦੋਂ ਸੁਖਮਨੀ ਸਾਹਿਬ ਦੇ ਕਹਿੰਦੇ ਜਦੋਂ ਅਰਚਨ ਹੈਪੀ ਜਦੋਂ ਹਾਂਜੀ ਦੱਸਣ ਲੱਗੇ, ਉਹ ਤੁਹਾਨੂੰ ਦੱਸਣ ਲੱਗੇ ਸਾਰੀ ਗੱਲ ਜੀ। ਅਸਲ 'ਚ ਮਨ ਘੜਤ ਜੀ ਇੱਕ ਸਾਖੀ ਹੈ ਜਿਹੜੀ ਗੁਰਮਤਿ ਦੀ ਕਸੌਟੀ ਤੇ ਖਰੀ ਨਹੀਂ ਉਤਰਦੀ ਜੀ। ਸੁਣੀ ਸੁਣਾਈ ਗੱਲ ਹੈ। ਤੁਸੀਂ ਜਿਸ ਵੇਲੇ ਅੰਮ੍ਰਿਤਸਰ ਪਹੁੰਚੋਗੇ ਸ਼੍ਰੀ ਦਰਬਾਰ ਸਾਹਿਬ, ਉੱਥੇ ਨਜ਼ਦੀਕ ਹੀ ਸਥਾਨ ਆ ਜਿਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਵੀ ਹੁੰਦੀ, ਜਿਸ ਸਥਾਨ ਤੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ, ਲਿਖਿਆ ਗਿਆ ਰਾਮਸਰ ਜੀ ਦਾ ਪਾਵਨ ਸਥਾਨ ਹੈ। ਉੱਥੇ ਸਰੋਵਰ ਦੇ ਕਿਨਾਰੇ ਦੇ ਉੱਪਰ ਇੱਕ ਬੇਰੀ ਹੈ, ਇੱਕ ਸਥਾਨ ਬਣਿਆ ਹੋਇਆ ਹੈ ਜਿਸ ਸਥਾਨ ਤੇ ਸਪਸ਼ਟ ਇੱਕ ਲਿਖਿਆ ਇਤਿਹਾਸ ਹੈ ਕਿ ਸੁਖਮਨੀ ਸਾਹਿਬ ਜੀ ਦਾ ਜਾਪ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਉਚਾਰਨ ਕੀਤਾ। ਗੁਰਬਾਣੀ ਰੋਕ ਨਹੀਂ ਸਕਦੀ, ਬੜੀ ਕਲੀਅਰ ਗੱਲ ਹੈ ਜੀ, ਕਿਉਂਕਿ ਧੁਰ ਦੀ ਬਾਣੀ ਆ ਤੇ ਧੁਰ ਦੀ ਬਾਣੀ ਦੇ ਵਿੱਚ ਰੁਕਾਵਟ ਨਹੀਂ ਆ ਸਕਦੀ ਜੀ। ਠੀਕ ਹੈ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸਪਸ਼ਟ ਸਾਨੂੰ ਇਹ ਗੱਲ ਸਮਝਾਈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਖਸਮ ਦੀ ਬਾਣੀ ਰੋਕ ਨਹੀਂ ਸਕਦੀ ਜੀ ਕਦੇ ਵੀ। ਦੂਸਰੀ ਹੋਰ ਗੱਲ, ਜਿਸ ਵੇਲੇ ਗੁਰਬਾਣੀ ਨੂੰ ਪੜ੍ਹਿਆ ਜਾਵੇ, ਡੀਪਲੀ ਹਰੇਕ ਗੱਲ ਨੂੰ ਵੇਖਿਆ ਜਾਵੇ, ਤਾਂ ਉੱਥੇ ਹਰੇਕ ਮਹਾਂਪੁਰਸ਼ ਦਾ ਜ਼ਿਕਰ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਇੱਕ ਵੀ ਪੰਕਤੀ ਦੇ ਵਿੱਚ ਹਿੱਸਾ ਪਾਇਆ ਜੀ। ਭਗਤ ਸੂਰਦਾਸ ਜੀ ਦੀ ਇੱਕ ਪੰਕਤੀ, ਪਰ ਉਹਨਾਂ ਦਾ ਜ਼ਿਕਰ ਹੈ। 15 ਭਗਤਾਂ ਦੇ ਵਿੱਚ ਆਰਿਆ ਨਾਮ, 11 ਭੱਟ ਸਾਹਿਬਾਨ ਨੇ, 4 ਗੁਰੂ ਕੇ ਪਿਆਰੇ ਸਿੱਖ ਹਨ ਜਿਨ੍ਹਾਂ ਦੀ ਪਾਵਨ ਬਾਣੀ, 6 ਗੁਰੂ ਸਾਹਿਬਾਨਾਂ ਦੀ ਬਾਣੀ ਆ ਜੀ। ਅਗਰ ਇੱਕ ਵੀ ਸ਼ਲੋਕ, ਇੱਕ ਵੀ ਸ਼ਬਦ ਬਾਬਾ ਸ਼੍ਰੀ ਚੰਦ ਜੀ ਦਾ ਹੁੰਦਾ ਤੇ ਉੱਥੇ ਸਪਸ਼ਟ ਲਿਖਿਆ ਜਾਣਾ ਸੀ ਕਿ ਸ਼ਲੋਕ ਬਾਬਾ ਸ਼੍ਰੀ ਚੰਦ ਜੀ, ਕਿਉਂਕਿ ਹਰ ਸ਼ਬਦ ਦੇ ਨਾਲ ਉਸ ਨੂੰ ਸਰਲੇਖ ਨੂੰ ਬਹੁਤ ਹੀ ਸਪਸ਼ਟ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ। ਤਾਂ ਇਹ ਬਿਲਕੁਲ ਮਨ ਘੜਤ ਸਾਖੀ ਆ ਕਿ ਸੁਖਮਨੀ ਸਾਹਿਬ ਰੁਕੀ ਜਾਂ ਇੱਥੇ ਆ ਕਰ ਚੱਲੀ, ਜਾਂ ਅਸੀਂ ਕਿਸੇ ਵੇਲੇ ਉਦਾਹਰਨ ਕਰਦੇ ਹਾਂ ਜੀ ਕਿ ਸ਼ਾਇਦ ਜਿਹੜੀਆਂ ਉਹ ਸਿਹਾਰੀਆਂ, ਬਿਹਾਰੀ ਦੀ ਜਗ੍ਹਾ ਦੇ ਉੱਪਰ ਸਿਹਾਰੀ ਪੈ ਗਈ। ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਤਾਂ ਗੁਰਬਾਣੀ ਰਿਪੀਟ 'ਚ ਆ ਜੀ। ਸ਼ਲੋਕ ਜਿਹੜਾ ਜਪਜੀ ਸਾਹਿਬ ਜੀ ਦੇ ਆਖਰ ਦੇ ਵਿੱਚ ਆ ਰਿਹਾ, ਪਵਨ ਗੁਰੂ ਪਾਣੀ ਪਿਤਾ, ਇਹ ਮਾਝ ਦੀ ਵਾਰ ਦੇ ਵਿੱਚ ਵੀ ਹੈ ਜੀ। ਠੀਕ ਹੈ ਜੀ। 3 ਫਰਕਾਂ ਦੇ ਨਾਲ, ਜਿੱਥੇ ਪਵਨ ਹੈ ਉੱਥੇ ਪੌਣ ਗੁਰੂ ਆਣਾ, 3 ਫਰਕਾਂ ਦੇ ਨਾਲ ਇਹ ਪਾਵਨ ਸ਼ਲੋਕ ਆ ਰਿਹਾ। ਫਿਰ ਜੋ ਸੋਦਰ ਦਾ ਸ਼ਬਦ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ, ਉਹ ਰਹਿਰਾਸ ਸਾਹਿਬ ਜੀ ਦੇ ਵਿੱਚ ਵੀ ਹੈ ਜੀ। ਤੇ ਜਿੱਥੇ ਆਸਾ ਰਾਗ ਦੀ ਰਮਤਾ ਹੋ ਰਹੀ ਉੱਥੇ ਵੀ ਆ। ਜਿੰਨੇ ਸ਼ਬਦ ਰਹਿਰਾਸ ਸਾਹਿਬ ਜੀ ਦੇ ਆਰੰਭ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਜਿੱਥੇ ਜਿੱਥੇ ਰਾਗਾਂ ਦੇ ਵਿੱਚ ਹਨ ਉੱਥੇ ਵੀ ਆਉਣਾ ਜੀ। 12ਵਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਚਾਰਨ ਕੀਤਾ ਤੇ 12ਵਾਂ ਪੰਜਵੇਂ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤਾ। ਸੋ ਅਗਰ ਉਹ ਫਰਕ ਦੇ ਨਾਲ ਆ ਰਿਹਾ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਹੋਰ ਨੇ ਉਚਾਰਨ ਕੀਤਾ। ਇਹ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਵਡਿਆਈ ਉਹ ਵੈਸੇ ਹੀ ਬੜੀ ਆ ਜੀ। ਇਸ ਰੂਪ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਵਡਿਆਈ ਸੀਗੀ, ਕਿਉਂਕਿ ਇਸ ਗੱਲ ਦੇ ਉੱਪਰ ਕਿੰਤੂ ਆ ਤੇ ਕਿੰਤੂ ਦੇ ਨਾਲ ਵਡਿਆਈ ਨਹੀਂ ਹੋਵੇਗੀ। ਤਾਂ ਬੜਾ ਸਪਸ਼ਟ ਹੈ, ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਗੱਲ ਦੇ ਰੂਪ ਦੇ ਵਿੱਚ ਜਾਂ ਇਸ ਗੱਲ ਨੂੰ ਮੇਰੀ ਨੂੰ ਜ਼ਰੂਰ ਮਤਲਬ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੱਸਿਓ ਕਿ ਇਹ ਬਾਣੀ ਰੁਕੀ ਨਹੀਂ। ਇਹ ਬਿਲਕੁਲ ਮਨ ਘੜਤ ਇੱਕ ਸਾਖੀ ਸੀ ਜਿਹੜੀ ਕਿਉਂ ਪਾ ਦਿੱਤੀ ਗਈ, ਕਦੋਂ ਸਾਡੇ ਇਤਿਹਾਸ ਵਿੱਚ ਪਈ, ਇਹ ਤਾਂ ਸਾਨੂੰ ਨਹੀਂ ਗਿਆਨ, ਪਰ ਪਾਈ ਗਈ। ਬਿਲਕੁਲ ਮਨ ਘੜਤ ਸਾਖੀ ਆ ਜੀ। ਹਾਂਜੀ ਬਾਬਾ ਜੀ ਜਿਹੜੀ ਦੇਰੀ ਹੈ ਬਾਬਾ ਜੀ ਉਹਨਾਂ ਦੇ ਆਪਣੇ ਹੱਥਾਂ ਨਾਲ ਲੱਗੀ। ਹਾਂਜੀ, ਇਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਰਾਹੀਂ ਲਗਾਈ ਸੀ ਜੀ। ਹਾਂਜੀ, ਇਸ ਦਰਖਤ ਬਾਰੇ ਇੰਨਾ ਕੁ ਇਤਿਹਾਸ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਇਹ ਜੋ ਬੇਰੀ ਆ ਇਸ ਦੀ ਟਹਿਣੀ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਹੱਥੀਂ ਲਗਾਈ ਸੀ। ਹਾਂਜੀ, ਹੋਰ ਸੇਵਾ ਮਹਾਰਾਜ। ਠੀਕ ਹੈ ਮਹਾਰਾਜ, ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ। ਤੇ ਆ ਵੀਰ ਜੀ, ਇਹ ਉਹ ਬੇਰੀ ਹੈ ਜਿਹੜੀ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਹੱਥੀਂ ਲਗਾਈ ਹੋਈ ਹੈ। ਤੇ ਵੇਖੋ ਕਿ ਕਿੰਨੀ ਬੇਰੀ ਕਿੰਨੀ ਫੈਲੀ ਹੋਈ ਹੈ ਤੇ ਕਿੰਨੀ ਹਰਿਆਵਲ ਹੈ। ਤੇ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਆ ਵੀਰ ਜੀ ਹੈਗਾ ਜੀ ਆਪਣਾ ਦੀਵਾਨ ਹਾਲ। ਜਦੋਂ ਵੀ ਇੱਥੇ ਕੋਈ ਪ੍ਰੋਗਰਾਮ ਹੁੰਦਾ, ਬਹੁਤ ਹੀ ਵੱਡਾ ਪ੍ਰੋਗਰਾਮ ਹੁੰਦਾ ਹੈ, ਤੇ ਦੀਵਾਨ ਹਾਲ ਦੇ ਅੰਦਰ ਹੀ ਪ੍ਰੋਗਰਾਮ ਜੋ ਹੈ ਕੀਤਾ ਜਾਂਦਾ ਹੈ। ਤੇ ਆ ਵੀਰ ਜੀ ਇਹ ਹੈਗਾ ਜੀ ਆਪਣਾ ਲੰਗਰ ਹਾਲ, ਤੇ ਆਪਾਂ ਲੰਗਰ ਹਾਲ ਦੇ ਕਰਨੇ ਜੀ ਦਰਸ਼ਨ। ਆ ਵੀਰ ਜੀ ਇਹ ਹੈਗਾ ਜੀ ਆਪਣਾ ਲੰਗਰ ਹਾਲ। ਤੇ ਆ ਵੀਰ ਜੀ ਇਹ ਹੈਗਾ ਜੀ ਆਪਣਾ ਜਿੱਥੇ ਲੰਗਰ ਦੀ ਜੋ ਹੈ ਤਿਆਰ ਕੀਤਾ ਜਾਂਦਾ ਹੈ। ਲੰਗਰ ਆ ਤੁਸੀਂ ਵੇਖ ਹੀ ਸਕਦੇ ਹੋ। ਤੇ ਸੰਗਤਾਂ ਲੱਗੀਆਂ ਜੀ ਇੱਥੇ ਸੇਵਾ ਕਰਨ। ਇਹ ਬਾਲਣ ਆਈ ਨਾਲ ਹੀ ਤੇ ਜੋ ਹੈ ਭੱਠੀ ਦੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਲਣ ਜੋ ਆ ਭੱਠੀ ਦਿੱਤਾ ਗਿਆ ਤੇ ਭੱਠੀ ਭਖ ਰਹੀ ਆ। ਤੇ ਇਹ ਸਾਧ ਸੰਗਤ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਬਿਲਡਿੰਗ ਜੋ ਤਿਆਰ ਹੋਈ, ਇਹ ਸਰਾਂ ਤਿਆਰ ਹੋ ਰਹੀ ਆ। ਬਹੁਤ ਹੀ ਇੱਥੇ ਕਾਰ ਸੇਵਾ ਦਾ ਕੰਮ ਜੋ ਬਹੁਤ ਹੀ ਜ਼ੋਰਾਂ ਨਾਲ ਚੱਲ ਰਿਹਾ। ਤੇ ਅੱਜ ਆਪਾਂ ਕੀਤੇ ਹੈ ਜੀ ਗੁਰਦੁਆਰੇ ਦੇ ਦਰਸ਼ਨ ਤੇ ਮਨ ਖੁਸ਼ ਹੋ ਗਿਆ ਜੀ। ਤੇ ਇੱਥੇ ਚੱਕੀ ਵੀ ਲਗਾਈ ਗਈ ਦੀ ਹੈ ਜੀ, ਜਿਹੜੀ ਕਿ ਆਟਾ ਤਿਆਰ ਕਰ ਰਹੀ ਆ। ਦੇਖੋ ਕਣਕ ਆਟਾ ਤਿਆਰ ਹੋ ਰਿਹਾ। ਤੇ ਆਹ ਇੱਕ ਬੋਰਡ ਹੈਗਾ ਜੀ, ਬਹੁਤ ਹੀ ਵੱਡਾ ਬੋਰਡ ਜੀ, ਬਹੁਤ ਹੀ ਪੁਰਾਣਾ ਬੋਰਡ ਹੈ ਜੀ। ਤੇ ਆਹ ਵੇਖੋ ਕੰਮ ਜੋ ਹੈ ਉਸਾਰੀ ਦਾ ਕੰਮ ਚੱਲ ਰਿਹਾ ਜੀ। ਤੇ ਆਹ ਵੀਰ ਜੀ ਹੈਗਾ ਜੀ ਆਪਣਾ ਖਿਡੌਣੇ ਦੀ ਦੁਕਾਨਾਂ।